लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है। का खालसा वाहिगुरु जी की फतेह। अंग है 400। ਹੁਣ तक 118 शब्द ने ਜਿਹੜੇ ਸੰਪੂਰਨ ਹੋਏ ਨੇ ਪੰਚਮ ਪਾਤਸ਼ਾਹ ਦੇ। ਆਸਾ ਮਹੱਲਾ ਪੰਜਵਾ। ਨੀਂਗਣ ਡੋਲਾ ਤਉ ਲੋ ਜੋ ਮਨ ਕੇ ਭਰਮਾ। ਭ੍ਰਮ ਕਾਟੇ ਗੁਰ ਆਪਣੇ पाए विश्रामा। आसा महला पंजवा। डींगण डोला तौलो जो मन के भरमा। भ्रम काटे गुर अपने पाए विश्रामा। ओए बखादी दोखिया ते गुर ते हूटे। हम छूटे अब उना ते, ओए हम ते छूटे। रहाओ मेरा तेरा जानता, तब ही ते बंदा। गुर काटी अज्ञानता, तब छुट के फंदा। जब लग हुक्म ना बूझता, तब ही लो दुखिया। गुर मिल हुक्म पछाणिया, तब ही ते सुखिया। ना को दुश्मन दोखिया, ना ही को मंदा। गुर की सेवा सेवको, नानक खसमै बंदा। आसा महला पंजवा। ढींगन डोला तौलो जो मन के भरमा। भ्रम काटे गुर अपने पाए विश्रामा। ਮਾਰੇ ਕਹਿੰਦੇ ਜ਼ਿੰਦਗੀ ਦਾ ਮਨ ਦਾ ਡਾਵਾਂ ਡੋਲ ਹੋਣਾ ਉਦੋਂ ਤੱਕ ਹੀ ਹੈ ਜਦੋਂ ਤੱਕ ਮਨ ਦੇ ਭਰਮ ਰਹਿਣਗੇ। ਜਦ ਤੱਕ ਮਨ ਵਿੱਚ ਭਰਮ ਨੇ ਭੁਲੇਖੇ ਨੇ ਤਦ ਤੱਕ ਇਹ ਡੋਲਦਾ ਰਹੇਗਾ। ਹੁਣ ਸਿੱਖ ਅਰਦਾਸ ਕਰਦਾ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਾਥ। ਕਿਉਂਕਿ ਸਾਡੇ ਅੰਦਰ ਭਰਮ ਨੇ ਭੁਲੇਖੇ ਨੇ ਮਹਾਰਾਜ ਕਹਿੰਦੇ ਉਹਨਾਂ ਚਿਰ ਇਹ ਮਨ ਡੋਲਦਾ ਰਹੇਗਾ। ਭਰਮ ਕਾਟੇ ਗੁਰ ਆਪਣੇ। ਜਦੋਂ ਗੁਰੂ ਨੇ ਆਪਣਾ ਬਣਾ ਕੇ ਇਹ ਭਰਮ ਕੱਟੇ ਪਾਏ ਵਿਸ਼ਰਾਮਾ, ਉਦੋਂ ਮਨ ਵਿਸ਼ਰਾਮ ਵਿੱਚ ਹੈ, ਮਨ ਟਿਕਾਓ ਵਿੱਚ ਹੈ, ਉਦੋਂ ਮਨ ਸਥਿਰ ਹੋ ਗਿਆ। ਓਏ ਬਖਾਦੀ ਦੋਖੀਆ ਤੇ ਗੁਰ ਤੇ ਹੂਟੇ। ਹਮ ਛੂਟੇ ਅਬ ਉਹਨਾਂ ਤੇ, ਓਏ ਹਮ ਤੇ ਛੂਟੇ। ਓਏ ਬਖਾਦੀ ਦੋਖੀਆ, ਓਏ ਉਹ ਲੋਕ ਭਾਵ ਸਾਡੇ ਅੰਦਰਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਅੰਦਰ ਵਿਖਾਦ ਪੈਦਾ ਕਰਦੇ ਸਨ, ਭਾਵ ਉਦਮ ਮਚਾਉਂਦੇ ਸਨ, ਦੋਖ ਪੈਦਾ ਕਰਦੇ ਸਨ ਸਾਡੇ ਵਿੱਚ। ਗੁਰ ਤੇ ਹੂਟੇ, ਗੁਰੂ ਦੇ ਗਿਆਨ ਨਾਲ ਹਟ ਗਏ। ਹਮ ਛੂਟੇ ਅਬ ਉਹਨਾਂ ਤੇ, ਓਏ ਹਮ ਤੇ ਛੂਟੇ। ਤੇ ਹੁਣ ਸਾਡਾ ਉਹਨਾਂ ਤੋਂ ਖਹਿੜਾ ਛੁੱਟ ਗਿਆ, ਉਹ ਸਾਡੇ ਕੋਲੋਂ ਚਲੇ ਗਏ। ਹੁਣ ਸਾਡਾ ਉਹਨਾਂ ਨਾਲ ਕੋਈ ਬਹੁਤਾ ਵਾਹ ਵਾਸਤਾ ਨਾ ਪਿਆ। ਜਦੋਂ ਅਸੀਂ ਗੁਰੂ ਦਾ ਗਿਆਨ ਪ੍ਰਾਪਤ ਕੀਤਾ ਤਾਂ ਜਿਹੜੇ ਸਾਡੇ ਅੰਦਰ ਵਿਖਾਤ ਪੈਦਾ ਕਰਦੇ ਸਨ, ਦੋਖ ਪੈਦਾ ਕਰਦੇ ਸਨ, ਉਹ ਹੁਣ ਉਹਨਾਂ ਤੋਂ ਛੁਟਕਾਰਾ ਹੋ ਗਿਆ, ਹਟ ਗਏ। ਉਹ रहाओ मेरा तेरा जानता तब ही ते बंदा,
ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ। ਜਦ ਤੱਕ ਜੀਵ ਮੇਰੇ ਤੇਰੇ ਵਿੱਚ ਫਸਿਆ ਹੋਇਆ ਹੈ, ਮੇਰ ਤੇਰ ਵਿੱਚ, ਤਦ ਤੱਕ ਬੰਧਨਾਂ ਵਿੱਚ ਹੈ। ਉਦੋਂ ਤੱਕ ਬੰਧਨ ਨਹੀਂ ਦੇ ਜਦ ਤੱਕ ਇਹ ਮੇਰਾ ਹੈ ਤੇ ਉਹ ਤੇਰਾ ਹੈ। ਜਦ ਤੱਕ ਤੇਰ ਮੇਰੇ ਵਿੱਚ ਹੈ। ਗੁਰ ਕਾਟੀ ਅਗਿਆਨਤਾ, ਇਹ ਅਗਿਆਨਤਾ ਸੀ ਜੀਵ ਦੀ, ਗੁਰੂ ਨੇ ਕੱਟ ਦਿੱਤੀ ਕਿ ਭਲਿਆ ਇੱਥੇ ਤੇ ਤੇਰਾ ਕੋਈ ਵੀ ਨਹੀਂ, ਇੱਥੇ ਤੇਰਾ ਨਾ ਕੋਈ ਦੁਸ਼ਮਣ ਹੈ ਨਾ ਕੋਈ ਮਿੱਤਰ ਹੈ, ਇੱਥੇ ਕੋਈ ਵੀ ਨਹੀਂ, ਕੱਲਾ ਆਇਆ ਸੈਂ, ਕੱਲੇ ਨੇ ਹੀ ਜਾਣਾ ਹੈ। ਇਹ ਜਦੋਂ ਅਗਿਆਨਤਾ ਕੱਟੀ ਗੁਰੂ ਨੇ, ਅਗਿਆਨਤਾ ਦਾ ਛੋੜ ਲਿਆ, ਭਰਮ ਦੂਰ ਹੋਇਆ, ਤਬ ਛੁੱਟ ਕੇ ਫੰਦਾ। ਕਹਿੰਦੇ ਉਦੋਂ ਇਹ ਮੋਹ ਮਾਇਆ ਦੇ ਫੰਦੇ ਜਿਹੜੇ ਪਾਈ ਬੈਠਾ ਸੀ ਉਹ ਟੁੱਟ ਗਏ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਤੱਕ ਹੁਕਮ ਨਹੀਂ ਬੁਝਦਾ ਸੀ, ਹੁਕਮ ਨੂੰ ਸਮਝਿਆ ਨਹੀਂ, ਉਦੋਂ ਤੱਕ ਦੁਖੀ ਸੀ। ਤੇ ਜਦੋਂ ਗੁਰੂ ਨੂੰ ਮਿਲ ਕੇ ਹੁਕਮ ਨੂੰ ਪਛਾਣ ਲਿਆ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਉਦੋਂ ਇਹਦੀ ਹਉਮੈ ਚੱਕੀ ਗਈ ਨਾਲ ਦੀ ਨਾਲ। ਜਦੋਂ ਗੁਰੂ ਨੂੰ ਮਿਲ ਕੇ ਹੁਕਮ ਨੂੰ ਪਛਾਣਿਆ ਤਬ ਹੀ ਤੇ ਸੁਖੀ ਆ, ਕਹਿੰਦੇ ਉਦੋਂ ਤੋਂ ਹੀ ਸੁਖੀ ਹੋ ਗਿਆ। ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ। ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ। ਕਹਿੰਦੇ ਕੀ ਅਵਸਥਾ ਬਣ ਗਈ ਹੁਣ, ਨਾ ਕੋਈ ਦੁਸ਼ਮਣ ਹੈ, ਨਾ ਦੋਖੀ ਹੈ, ਨਾ ਕੋ ਮੰਦਾ। ਕੋਈ ਹੁਣ ਮਾੜਾ ਨਹੀਂ, ਮੰਦਾ ਕਿਸ ਨੂੰ ਆਖੀ ਹੈ, ਜਾਂ ਤੁਝ ਬਿਨ ਕੋਈ ਨਾ ਹੈ, ਹੁਣ ਕਿਹਨੂੰ ਮੰਦਾ ਆਖੀਏ। ਇਸ ਅਵਸਥਾ ਤੇ ਪਹੁੰਚਿਆ ਜਦੋਂ ਗੁਰ ਕੀ ਸੇਵਾ ਸੇਵਕੋ, ਹੁਣ ਗੁਰੂ ਦੀ ਸੇਵਾ ਵਿੱਚ ਸੇਵਾ ਭਾਵਨਾ ਵਾਲਾ ਹੋ ਗਿਆ। ਨਾਨਕ ਖਸਮ ਹੈ ਬੰਦਾ, ਮਰ ਕਹਿੰਦੇ ਹੁਣ ਖਸਮ ਦਾ ਬੰਦਾ ਹੋ ਗਿਆ, ਉਸ ਮਾਲਕ ਦਾ ਸੇਵਕ ਹੋ ਗਿਆ। ਉਦੋਂ ਇਸ ਅਵਸਥਾ ਤੇ ਪਹੁੰਚ ਕੇ ਉਹਨੇ ਅਸਲੀ ਸੁੱਖ ਨੂੰ ਪ੍ਰਾਪਤ ਕਰ ਲਿਆ। ਹਾਂਜੀ। ਆਸਾ ਮਹੱਲਾ ਪੰਜਵਾ। ਆਸਾ ਮਹੱਲਾ ਪੰਜਵਾ। ਸੁਖ ਸਹਿਜ ਆਨੰਦ ਘਣਾ। ਸੁਖ ਸਹਿਜ ਆਨੰਦ ਘਣਾ। ਹਰ ਕੀਰਤਨ ਗਾਓ। ਹਰ ਕੀਰਤਨ ਗਾਓ। ਗ੍ਰਹਿ ਨਿਵਾਰੇ ਸਤਿਗੁਰੂ। ਗ੍ਰਹਿ ਨਿਵਾਰੇ ਸਤਿਗੁਰੂ। ਦੇ ਆਪਣਾ ਨਾਉ। ਦੇ ਆਪਣਾ ਨਾਉ। ਬਲਿਹਾਰੀ ਗੁਰ ਆਪਣੇ। ਬਲਿਹਾਰੀ ਗੁਰ ਆਪਣੇ। ਸਦ ਸਦ ਵੱਲ ਜਾਓ। ਸਦ ਸਦ ਬਲ ਜਾਓ। ਗੁਰੂ ਬਿਟੋ ਹਉ ਵਾਰਿਆ। ਗੁਰੂ ਵਿਟੋ ਹਉ ਵਾਰਿਆ। ਜਿਸ ਮਿਲ ਸੱਚ ਸੁਆਓ। ਜਿਸ ਮਿਲ ਸੱਚ ਸੁਆਓ। ਰਹਾਉ। ਰਹਾਉ। ਸਾਗੁਨ ਆਪ ਸਾਗੁਨ ਤਿਸ ਕੋ ਲਗਹਿ। ਸਗਨ ਤਿਸ ਕੋ ਲਗਹਿ। ਜਿਸ ਚੀਤ ਨਾ ਆਵੈ। ਜਿਸ ਜਮ ਨੇੜ ਨਾ ਆਵਈ। ਜੋ ਹਰ ਪ੍ਰਭ ਭਾਵੈ। ਪੁੰਨ ਦਾਨ ਜਪ ਤਪ ਜੇਤੇ। ਨਾਮ ਜਪ ਤਪ ਜੀਤੇ। ਸਭ ਉਪਰ ਨਾਮ। ਹਰ ਹਰ ਰਸਨਾ ਜੋ ਜਪੈ। ਰਸਨਾ ਜੋ ਜਪੈ। ਤਿਸ ਪੂਰਨ ਕਾਮ। ਭੈ ਬਿਨ ਸੇ ਭ੍ਰਮ ਮੋ ਗਏ। ਬਿਨ ਸੇ ਭ੍ਰਮ ਹੋ ਗਏ। ਕੋ ਦਿਸੈ ਨਾ ਬੀਆ। ਸੈ ਨਾ ਦੀਆ। ਨਾਨਕ ਰਾਖੇ ਪਾਰ ਬ੍ਰਹਮ। ਰਾਖੇ ਪਾਰ ਬ੍ਰਹਮ। ਫਿਰ ਦੁਖ ਨਾ ਥੀਆ। ਦੁਖ ਨਾ ਥੀਆ। ਆਸਾ ਮਹੱਲਾ ਪੰਜਵਾ। ਸੁਖ ਸਹਿਜ ਆਨੰਦ ਕਣਾ। ਹਰ ਕੀਰਤਨ ਗਾਓ। ਗ੍ਰਹਿ ਨਿਵਾਰੇ ਸਤਿਗੁਰੂ। ਦੇ ਆਪਣਾ ਨਾਉ। ਪ੍ਰਮਾਤਮਾ ਦੇ ਨਾਮ ਦੀ ਮਹਾਰਾਜ ਗੱਲ ਕਰਦੇ ਨੇ ਕਿ ਐਡਾ ਵੱਡਾ ਸਮਰੱਥ ਹੈ। ਕਿਉਂਕਿ ਸਾਡੇ ਦੇਸ਼ ਵਿੱਚ ਅਸੀਂ ਵੇਖਦੇ ਹਾਂ, ਅਸੀਂ ਗ੍ਰਹਿਾਂ ਤੋਂ ਬਹੁਤ ਡਰਦੇ ਹਾਂ। ਇਹ ਰਾਹੂ ਹੈ, ਕੇਤੂ ਹੈ, ਸਾੜ ਸਤੀ ਹੈ, ਸ਼ਨੀ ਦੀ। ਡਰਾਤੇ ਲੋਕ।
ਤੇ ਉਹਨਾਂ ਡਰ ਕੇ ਰੱਖ ਕੇ ਹੀ ਲੋਕ ਠੱਗੇ ਗਏ। ਕੋਈ ਕੁਝ ਕਰੀ ਫਿਰਦਾ, ਕੋਈ ਕੁਝ ਕਰੀ ਫਿਰਦਾ ਹੈ। ਆਪਣੇ ਜੀਵਨ ਦੇ ਮਕਸਦ ਨੂੰ ਭੁੱਲ ਗਏ। ਜਿਸ ਮਕਸਦ ਲਈ ਅਸੀਂ ਆਏ ਸੀ ਨਾ, ਕਦੇ ਡਰ ਦੇ ਮਾਰੇ ਰਾਹ ਹੀ ਭੁੱਲ ਗਏ। ਇੱਥੇ ਮਹਾਰਾਜ ਕਹਿੰਦੇ ਸੁਖ ਸਹਿਜ ਆਨੰਦ ਕਣਾ। ਸੁਖ ਹੈ, ਸਹਿਜ ਹੈ, ਬੜਾ ਆਨੰਦ ਹੈ। ਹਰ ਕੀਰਤਨ ਗਾਓ, ਮੈਂ ਹਰੀ ਦੀ ਕੀਰਤੀ ਗਾਉਂਦਾ ਹਾਂ, ਉਹਦੀ ਵਡਿਆਈ ਗਾਉਂਦਾ। ਕਹਿੰਦੇ ਇਹਦੇ ਵਿੱਚ ਸਹਿਜ ਹੈ, ਸੁਖ ਹੈ, ਆਨੰਦ ਹੈ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਸਤਿਗੁਰੂ ਨੇ ਆਪਣੇ ਨਾਮ ਦੀ ਦਾਤ ਦਿੱਤੀ। ਕਹਿੰਦੇ ਮੇਰੇ ਤੇ ਗ੍ਰਹਿ ਹੀ ਟਲ ਗਏ ਸਾਰੇ। ਹੁਣ ਕੋਈ ਗ੍ਰਹਿ ਨਹੀਂ ਹੈ। ਐਕਚੁਅਲੀ ਗ੍ਰਹਿ ਹੁੰਦੇ ਹੀ ਨਹੀਂ ਕੋਈ। ਗ੍ਰਹਿ ਦਾ ਸਾਡੇ ਤੇ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ। ਜਿਸ ਗ੍ਰਹਿ ਉੱਤੇ ਅਸੀਂ ਰਹਿ ਰਹੇ ਹਾਂ ਉਹਦਾ ਸਾਡਾ ਪ੍ਰਭਾਵ ਨਹੀਂ ਹੈ। ਜਿਹਨੂੰ ਅਸੀਂ ਟੱਚ ਪੇ ਕਰਦੇ ਹਾਂ, ਧਰਤੀ ਵੀ ਇੱਕ ਗ੍ਰਹਿ ਹੈ। ਧਰਤੀ ਵੀ ਇਸ ਸੌਰ ਮੰਡਲ ਦਾ ਇੱਕ ਗ੍ਰਹਿ ਹੈ ਜਿਹਦੇ ਉੱਤੇ ਅਸੀਂ ਰਹਿ ਰਹੇ ਹਾਂ, ਜਿਹਦੇ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਅਸੀਂ ਖਾਂਦੇ ਹਾਂ, ਪੈਦਾ ਹੋਈਆਂ, ਉਹਦਾ ਤੇ ਸਾਡੇ ਤੇ ਕੋਈ ਪ੍ਰਭਾਵ ਨਹੀਂ। ਕਰੋੜਾਂ ਕਿਲੋਮੀਟਰ ਦੂਰ ਸੂਰਜ ਹੈ, ਚੰਦਰਮਾ ਹੈ, ਸ਼ਨੀ ਹੈ, ਹੋਰ ਗ੍ਰਹਿ ਨੇ। ਉਹਨਾਂ ਤੋਂ ਡਰੀ ਜਾਂਦੇ, ਜਦ ਕਿ ਰਾਹੂ ਤੇ ਕੇਤੂ ਕੋਈ ਗ੍ਰਹਿ ਹੀ ਨਹੀਂ ਹੈਗਾ। ਉਹ ਅਸੀਂ ਉਹੀ ਡਰੀ ਜਾਂਦੇ ਹਨੇਰੇ 'ਚ ਹੀ। ਜਦੋਂ ਸਤਿਗੁਰੂ ਨੇ ਸੱਚ ਦੇ ਗਿਆਨ ਦਾ ਨਾਮ ਦਿੱਤਾ, ਕਹਿੰਦੇ ਉਦੋਂ ਸਮਝ ਆ ਗਈ। ਕਿਸੇ ਵਿਦਵਾਨ ਨੇ ਲਿਖਿਆ, ਲੋਕ ਆਪਣਾ ਹੱਥ ਵਿਖਾਉਂਦੇ ਨੇ ਜਾ ਜਾ ਕੇ ਕਿ ਮੇਰਾ ਹੱਥ ਵੇਖੋ ਜੀ, ਮੇਰੀ ਕਿਸਮਤ ਕਿਹੋ ਜੀ। ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਕਿਸਮਤ ਤੇ ਉਹਨਾਂ ਦੀ ਵੀ ਹੁੰਦੀ। ਫਿਰ ਇਹ ਲਕੀਰਾਂ ਨੇ ਜਿਹੜੀਆਂ ਉਹ ਤੇ ਬਾਂਦਰ ਦੇ ਵੀ ਹੈਗੀਆਂ ਨੇ। ਉਹਦਾ ਹੱਥ ਕਿਉਂ ਨਹੀਂ ਵੇਖਦੇ? ਕਿਉਂਕਿ ਉਹਦੀ ਜੇਬ 'ਚ ਪੈਸੇ ਨਹੀਂ ਹੁੰਦੇ, ਵੇਖਣ ਤੇ ਉਹਦਾ ਵੀ ਲੱਗ ਜਾਣ। ਇਹ ਕਰਕੇ ਸਾਰਾ ਕੁਝ ਧੰਦਾ ਹੈ। ਇਸ ਧੰਦੇ ਨੂੰ ਇੰਨੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਕਿ ਲੋਕ ਡਰਦੇ ਪਏ ਨੇ। ਤੇ ਮਹਾਰਾਜ ਨੇ ਸਾਡੇ ਅੰਦਰੋਂ ਭਰਮ ਕੱਢਤਾ ਕਿ ਮੇਰੇ ਜਦੋਂ ਸਤਿਗੁਰੂ ਨੇ ਨਾਮ ਦੀ ਦਾਤ ਦਿੱਤੀ, ਕਹਿੰਦੇ ਮੇਰੇ ਤੇ ਸਾਰੇ ਗ੍ਰਹਿ ਚਲੇ ਗਏ। ਬਲਿਹਾਰੀ ਗੁਰ ਆਪ ਸਦ ਸਦ ਬਲ ਜਾਓ, ਗੁਰੂ ਵਿਟੋ ਹੋ ਵਾਰਿਆ, ਜਿਸ ਮਿਲ ਸੱਚ ਸੁਆਓ। ਬਲਿਹਾਰੀ ਗੁਰ ਆਪਣੇ, ਮਹਾਰਾਜ ਸਦਕੇ ਜਾਣਾ। ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਗੁਰੂ ਵਿਟੋਂ ਹੋਂ ਵਾਰਿਆ, ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ, ਵਾਰੀ ਜਾਣਾ। ਜਿਸ ਮਿਲ ਸੱਚ ਸੁਆਓ, ਜਿਸ ਨੂੰ ਮਿਲ ਕੇ ਮੈਨੂੰ ਸੱਚ ਦਾ ਸਵਾਦ ਪਤਾ ਲੱਗਿਆ, ਆਨੰਦ ਆ ਗਿਆ। ਪਰਮਾਤਮਾ ਦੇ ਨਾਮ ਦਾ ਨਾਮ ਰਸ, ਕਹਿੰਦੇ ਉਹ ਸਵਾਦ ਨੂੰ ਮੈਂ ਚੱਖ ਲਿਆ, ਸਮਝ ਲਿਆ, ਜਾਣ ਲਿਆ। ਰਹਾਉ ਸਗੁਨ ਅਪ ਸਗੁਨ ਤਿਸ ਕੋ ਲੱਗੈ, ਜਿਸ ਚੀਤ ਨਾ ਆਵੈ, ਤਿਸ ਜਮ ਨੇੜ ਨਾ ਆਵਈ, ਜੋ ਹਰ ਪ੍ਰਭ ਭਾਵੈ। ਤੇ ਆਮ ਕਰਕੇ ਆਪਾਂ ਸਮਾਜ ਵਿੱਚ ਸਾਡੇ 'ਚ ਵੇਖਦੇ ਹਾਂ ਕਿ ਆਹ ਚੀਜ਼ ਕਰਨ ਨਾਲ ਸ਼ਗਨ ਹੈ ਜੀ, ਆਹ ਚੀਜ਼ ਕਰਨ ਨਾਲ ਅਪਸ਼ਗਨ ਹੋ ਗਿਆ। ਕਿਸੇ ਨੇ ਛਿੱਕ ਮਾਰ ਦਿੱਤੀ, ਕੋਈ ਬਿੱਲੀ ਕੱਟ ਰਸਤਾ ਕੱਟ ਗਈ ਜੀ, ਜੋ ਫਲਾਣਾ ਬੰਦਾ ਮੱਥੇ ਲੱਗ ਗਿਆ ਜੀ, ਉਹ ਸਾਡੇ ਅਪਸ਼ਗਨ ਹੋ ਗਿਆ। ਮਰ ਕੇ ਨਹੀਂ ਭਾਈ, ਇਹ ਗੱਲਾਂ ਉਹਨਾਂ ਲੋਕਾਂ ਨੂੰ ਲੱਗਦੀਆਂ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਚੇਤੇ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਵਸਦਾ। ਉਹ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਹੀ ਨਹੀਂ ਦਿੰਦੇ, ਕਿਉਂਕਿ ਉਹਨਾਂ ਦਾ ਧਿਆਨ ਹੀ ਪ੍ਰਮਾਤਮਾ ਵੱਲ ਹੁੰਦਾ ਹੈ। ਸਗਨ ਅਪਸਗਨ ਤਿਸ ਕੋ ਲੱਗੈ, ਜਿਸ ਚੀਤ ਨਾ ਆਵੈ। ਇੱਕ ਵਿਦਵਾਨ ਨੇ ਲਿਖਿਆ ਬੜਾ ਵਧੀਆ, ਕਹਿੰਦੇ ਮਾਂ ਨੇ ਆਪਣੇ ਪੁੱਤਰ ਨੂੰ ਬਾਹਰ ਭੇਜ ਰਹੀ ਹੈ ਪੇਪਰ ਦੇਣ ਵਾਸਤੇ। ਕਹਿੰਦੀ ਪੁੱਤਰ ਦਹੀਂ ਖਾ ਕੇ ਜਾਈ। ਪੁੱਛਿਆ ਕਿ ਮਾਤਾ ਇਹਦੇ ਨਾਲ ਕੀ ਹੋ ਜਾਂਦਾ ਹੈ? ਉਹ ਮਾਂ ਨੂੰ ਹੁਣ ਵਿਚਾਰੀ ਨੂੰ ਸੁਣੀਆਂ ਸੁਣਾਈਆਂ ਸੀ। ਕਹਿੰਦੀ ਪੁੱਤਰ ਦਹੀਂ ਖਾਣ ਨਾਲ ਨਾ ਫਿਰ ਸਫਲਤਾ ਮਿਲਦੀ। ਕਹਿੰਦਾ ਸਾਡਾ ਦੇਸ਼ 1100 ਸਾਲ ਗੁਲਾਮ ਰਿਹਾ, ਦੇਸ਼ ਨੂੰ ਲੁੱਟਣ ਵਾਲੇ ਲੁੱਟਦੇ ਰਹੇ ਆ ਕੇ, ਫਿਰ ਹਲਵਾਈਆਂ ਨੂੰ ਤਾਂ ਸਫਲਤਾ ਮਿਲ ਜਾਣੀ ਚਾਹੀਦੀ ਸੀ। ਉਹਨਾਂ ਕੋਲ ਤੇ ਦਹੀਂ ਹੁੰਦਾ ਹੈ, ਉਹਨਾਂ ਕੋਲ ਤੇ ਦਹੀਂ ਦੇ ਕੁੰਡੇ ਭਰੇ ਪਏ ਨੇ, ਉਹਨਾਂ ਨੂੰ ਤਾਂ ਸਫਲਤਾ ਮਿਲ ਜਾਣੀ ਚਾਹੀਦੀ ਸੀ। ਫਿਰ ਇਹ ਭਾਵ ਇਹ ਜਦੋਂ ਬੰਦੇ ਨੂੰ ਨੌਲੇਜ ਆਈ, ਸਮਝ ਆਈ, ਪਤਾ ਲੱਗਿਆ, ਗੁਰੂ ਕੋਲੋਂ ਗਿਆਨ ਮਿਲਿਆ, ਇਹ ਸਗਨ ਅਪਸਗਨ ਤੇ ਉਹਨਾਂ ਲੋਕਾਂ ਨੂੰ ਲੱਗਦੇ ਨੇ ਜਿਹੜੇ ਅੰਦਰੋਂ ਡਰੇ ਹੋਏ ਨੇ। ਜਿਸ ਚੀਤ ਨਾ ਆਵੇ ਤਿਸ ਜਮ ਨੇੜ ਨਾ ਆਵੇ, ਇਹ ਜਮ ਉਹਨਾਂ ਦੇ ਨੇੜੇ ਨਹੀਂ ਢੁਕਦੇ ਜੋ ਹਰ ਪ੍ਰਭ ਭਾਵੇ, ਜਿਹੜੇ ਹਰੀ ਨੂੰ ਭਾ ਗਏ, ਜਿਹੜੇ ਹਰੀ ਨੂੰ ਭਾਉਂਦੇ ਨੇ, ਉਸ ਪ੍ਰਮਾਤਮਾ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਨੇ। ਇਹ ਜਮ ਵੀ ਉਹਨਾਂ ਦੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਉਹਨਾਂ ਦੇ ਨੇੜੇ ਨਹੀਂ ਢੁਕਦੇ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਇਹ ਦੁਨੀਆ ਦੇ ਜਿੰਨੇ ਵੀ ਅਸੀਂ ਜਪ ਤਪ ਪੁੰਨ ਦਾਨ, ਕਹਿੰਦੇ ਸਭ ਤੋਂ ਉੱਪਰ ਨਾਮ ਆਉਂਦਾ ਹੈ। ਇਹ ਸਭ ਥੱਲੇ ਰਹਿ ਜਾਂਦੇ ਨੇ।
ਕਿਉਂਕਿ ਇਹਨਾਂ ਚੀਜ਼ਾਂ ਨਾਲ ਹੰਕਾਰ ਪੈਦਾ ਹੁੰਦਾ ਕਿ ਮੈਂ ਇੰਨਾ ਦਾਨ ਕੀਤਾ, ਮੈਂ ਇੰਨਾ ਪੁੰਨ ਕੀਤਾ, ਮੈਂ ਇੰਨਾ ਤਪ ਕੀਤਾ, ਮੈਂ ਇੰਨੇ ਪਾਠ ਕੀਤੇ। ਕਿਤੇ ਨਾ ਕਿਤੇ ਬੰਦੇ ਹੰਕਾਰ 'ਚ ਭੁੰਗਰ ਪੈਂਦਾ ਹੈ। ਕਹਿੰਦੇ ਨਾਮ ਸਭ ਤੋਂ ਉੱਪਰ ਹੈ। ਹਰ ਹਰ ਰਸਨਾ ਜੋ ਜਪੈ, ਜਿਹੜੀ ਰਸਨਾ, ਜਿਹੜੀ ਜੀਭ ਉਸ ਪ੍ਰਮਾਤਮਾ ਨਾਮ ਨੂੰ ਜਪਦੀ, ਕਹਿੰਦੇ ਤਿਸ ਪੂਰਨ ਕਾਮ, ਉਹਦੇ ਸਾਰੇ ਕੰਮ ਹੀ ਪੂਰਨ ਹੈ। ਭੈ ਬਿਨ ਸੇ ਭ੍ਰਮ ਮੋਹ ਗਏ, ਕੋ ਦਿਸੈ ਨਾ ਬੀਆ, ਨਾਨਕ ਰਾਖੇ ਪਾਰ ਬ੍ਰਹਮ, ਫਿਰ ਦੁੱਖ ਨਾ ਥੀਆ। ਜਿਹੜੇ ਜ਼ਬਾਨ ਨਾਲ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਉਸ ਪ੍ਰਮਾਤਮਾ ਨੂੰ ਜਪਦੇ ਰਹਿੰਦੇ ਨੇ, ਸਿਮਰਦੇ ਰਹਿੰਦੇ ਨੇ, ਮਰ ਕਹਿੰਦੇ ਭੈ ਬਿਨ ਸੇ ਭ੍ਰਮ ਮੋਹ ਗਏ, ਉਹਨਾਂ ਦੇ ਡਰ ਚਲੇ ਗਏ, ਭਰਮ ਚਲੇ ਗਏ, ਅੰਦਰਲੇ ਮੋਹ ਚਲੇ ਗਏ, ਮੋਹ ਦੇ ਬੰਧਨ ਵੀ ਟੁੱਟ ਗਏ। ਕੋ ਦਿਸੈ ਨਾ ਬੀਆ, ਕਹਿੰਦੇ ਹੁਣ ਉਹਨਾਂ ਨੂੰ ਕੋਈ ਹੋਰ ਬੀਆ ਵੀ ਨਹੀਂ, ਬਗਾਨਾ ਦੂਜਾ ਓਪਰਾ ਨਜ਼ਰ ਨਹੀਂ ਆਉਂਦਾ, ਸਾਰੇ ਹੀ ਆਪਣੇ ਨੇ। ਹੁਣ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਇਹ ਅਵਸਥਾ ਬਣੀ ਉਹਨਾਂ ਦੀ। ਨਾਨਕ ਰਾਖੇ ਪਾਰ ਬ੍ਰਹਮ, ਤੇ ਪੰਚਮ ਪਾਤਸ਼ਾਹ ਕਹਿੰਦੇ ਉਸ ਪਾਰ ਬ੍ਰਹਮ ਨੇ ਰੱਖ ਲਏ ਆਪਣੇ ਦਰ ਤੇ, ਫਿਰ ਦੁੱਖ ਨਾ ਥੀਆ, ਕਹਿੰਦੇ ਮੁੜ ਕੇ ਉਹਨਾਂ ਨੂੰ ਦੁੱਖ ਨਹੀਂ ਹੋਇਆ, ਉਹ ਮੁੜ ਕੇ ਦੁੱਖ ਨੂੰ ਅਨੁਭਵ ਹੀ ਨਹੀਂ ਕਰ ਸਕੇ। ਹਾਂਜੀ। ਆਸਾ ਘਰ ਨਵਾਂ, ਆਸਾ ਘਰ ਨਵਾਂ, ਮਹੱਲਾ ਪੰਜਵਾਂ। ਇੱਕ ਓੰਕਾਰ, ਸਤਿਗੁਰ ਪ੍ਰਸਾਦ, ਚਿਤਵੋਂ ਚਿਤਵ ਸਰਬ ਸੁਖ ਪਾਵੋ, ਸਰਬ ਸੁਖ ਪਾਵੋ, ਆਗੈ ਭਾਵੋਂ ਕੇ ਨਾ ਭਾਵੋ, ਏਕ ਦਾਤਾਰ ਸਗਲ ਹੈ ਜਾਚਕ, ਦੂਸਰ ਕੈ ਪੈ ਜਾਵੋ, ਹਉ ਮੰਗੋ ਆਨ ਲਜਾਵੋ, ਸਗਲ ਸਤਰ ਪਤ ਏਕੋ ਠਾਕੁਰ, ਕੌਣ ਸੰਸਰ ਲਾਵੋ, ਰਹਾਉ ਉਠੋਂ ਬੈਸੋਂ ਰਹਿ ਪੇ ਨਾ ਸਕੋ, ਦਰਸ਼ਨ ਖੋਜ ਖਜਾਵੋ, ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਤਿਨ ਕੋ ਮਹਿਲ ਦੁਲ ਭਾਵੋ, ਦੁਲ ਭਾਵੋ, ਆਗਮ ਆਗਮ ਆਗਾਦ ਬੋਲ, ਕੀਮਤ ਪਰੈ ਨਾ ਪਾਵੋ, ਤਾਕੀ ਸਰਨ ਸਤਪੁਰਖ ਕੀ, ਸਤਿਗੁਰ ਪੁਰਖ ਧਿਆਵੋ, ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ, ਕਾਟਿਓ ਬੰਦ ਗਰਾਵੋ, ਕਉ ਨਾਨਕ ਜੋ ਸਾਧ ਸੰਗ ਪਾਇਓ, ਤੋ ਫਿਰ ਜਨਮ ਨਾ ਆਵੋ। ਆਸਾ ਘਰ ਨਵਾਂ, ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਵਿੱਚ ਨੌਵੇਂ ਘਰ ਵਿੱਚ ਗਾਉਣ ਦੀ ਤਾਕੀਦ ਕਰਦੇ ਨੇ ਪੰਚਮ ਪਾਤਸ਼ਾਹ, ਤੇ ਵਿਸ਼ਾ ਬਦਲੇ ਹੈ, ਆਰੰਭਤਾ ਕਰਦੇ ਨੇ ਮੰਗਲਾਚਰਨ। ਮੂਲ ਮੰਤਰ ਦਾ ਛੋਟਾ ਰੂਪ ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿ ਪ੍ਰਮਾਤਮਾ ਇੱਕ ਹੈ, ਗੁਰੂ ਦੀ ਕਿਰਪਾ ਦੁਆਰਾ ਬਖਸ਼ਿਸ਼ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਚਿਤਵੋਂ ਚਿਤਵ ਸਰਬ ਸੁਖ ਪਾਵੋ, ਆਗੈ ਭਾਵੋਂ ਕੇ ਨਾ ਭਾਵੋ। ਮਹਾਰਾਜ ਪਹਿਲੀ ਗੱਲ ਕਰਦੇ ਨੇ, ਚਿਤਵੋਂ ਚਿਤਵ ਸਰਬ ਸੁਖ ਪਾਵੋ, ਮੈਂ ਚੇਤੇ ਕਰਦਾ ਉਸ ਨੂੰ, ਚਿਤਵਦਾ ਹਾਂ ਅੰਦਰ ਹਿਰਦੇ 'ਚ, ਜਿਹਦੇ ਨਾਲ ਮੈਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ।
ਤੇ ਦੂਜੀ ਗੱਲ ਕਿ ਆਗੇ ਭਾਵੋਂ ਕਿ ਨਾ ਭਾਵੋਂ, ਅੱਗੇ ਮੈਂ ਉਹਨੂੰ ਭਾਉਂਦਾ ਹਾਂ ਕਿ ਨਹੀਂ ਭਾਉਂਦਾ, ਇਹ ਮੈਂ ਨਹੀਂ ਜਾਣਦਾ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਹ ਮਾਲਕ ਨੂੰ ਕੀ ਭਾਉਂਦਾ ਹੈ। ਸਾਡਾ ਕੰਮ ਤੇ ਸਿਮਰਨ ਹੈ, ਅਸੀਂ ਉਹਨੂੰ ਚੇਤੇ ਕਰਦੇ ਹਾਂ, ਅਸੀਂ ਉਹਨੂੰ ਭਾਉਂਦੇ ਹਾਂ ਕਿ ਨਹੀਂ ਭਾਉਂਦੇ, ਕਿਉਂਕਿ ਹਰ ਬੰਦਾ ਹੀ ਕਹਿੰਦਾ ਕਿ ਮੈਂ ਠੀਕ ਹਾਂ, ਪਰ ਉਸ ਮਾਲਕ ਦੇ ਦਰ ਤੇ ਅਸੀਂ ਕਬੂਲ ਹਾਂ ਕਿ ਨਹੀਂ ਹਾਂ, ਸਾਨੂੰ ਨਹੀਂ ਪਤਾ। ਏਕ ਦਾਤਾਰ ਸਗਲ ਹੈ ਜਾਚਕ, ਦੂਸਰ ਕਹਿ ਪੈ ਜਾਵੋ। ਮੈਂ ਕਹਿੰਦਾ ਦਾਤਾਂ ਦੇਣ ਵਾਲਾ ਦਾਤਾਰ ਤੇ ਇੱਕੋ ਹੀ ਹੈ, ਸਾਰੀ ਸ੍ਰਿਸ਼ਟੀ ਹੀ ਜਾਚਕ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦੂਸਰ ਕਹਿ ਪੈ ਜਾਵੋ, ਕਹਿੰਦੇ ਫਿਰ ਦੂਜੇ ਹੋਰ ਕਿਹਦੇ ਕੋਲ ਜਾਈਏ, ਮੈਂ ਦੂਜੇ ਕੋਲ ਕਿਉਂ ਜਾਵਾਂ, ਕਿਸੇ ਕੋਲ ਕੋਈ ਦਾਤਾ ਇੱਕੋ ਹੀ, ਦੱਦਾ ਦਾਤਾ ਏਕ ਹੈ, ਦੂਸਰ ਨਾ ਹੀ ਕੋਈ, ਦੂਜਾ ਹੈ ਹੀ ਨਹੀਂ ਕੋਈ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ, ਜੁਗਾ ਜੁਗੰਤਰਾਂ ਤੋਂ ਖਾਂਦੇ ਆ ਰਹੇ ਨੇ ਉਹਦੇ ਕੋਲੋਂ, ਇਸ ਕਰਕੇ ਉਹਦੇ ਕੋਲੋਂ ਮੰਗਦਾ। ਮੈਂ ਕਹਿੰਦਾ ਹੋਰ ਕਿਹਦੇ ਕੋਲ ਜਾਈਏ ਫਿਰ। ਹੋ ਮੰਗੋ ਆਨ ਲਜਾਵੋ, ਕਹਿੰਦੇ ਜੇ ਮੈਂ ਮੰਗਦਾ ਕਿਸੇ ਹੋਰ ਕੋਲੋਂ ਤਾਂ ਮੈਨੂੰ ਮੇਰੇ ਵਾਸਤੇ ਸ਼ਰਮ ਵਾਲੀ ਗੱਲ ਹੈ। ਮੈਨੂੰ ਸ਼ਰਮ ਆਉਂਦੀ ਹੈ ਕਿ ਪ੍ਰਮਾਤਮਾ ਹੈ ਪ੍ਰਭੂ ਤੇਰੇ ਕੋਲੋਂ ਮੰਗ ਕੇ ਛੱਡ ਕੇ ਜੇ ਅਸੀਂ ਕਿਤੇ ਹੋਰ ਕੋਲੋਂ ਮੰਗਦੇ ਹਾਂ ਤੇ ਸਾਡੇ ਵਾਸਤੇ ਫਿਰ ਸ਼ਰਮ ਵਾਲੀ ਗੱਲ ਹੈ। ਸਗਲ ਛਤਰਪਤ ਏਕੋ ਠਾਕੁਰ, ਕੌਣ ਸੰਸਰ ਲਾਵੋ। ਤੂੰ ਤੇ ਛਤਰਪਤੀ ਹੈ, ਭਾਵ ਰਾਜਿਆਂ ਦਾ ਵੀ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਇਸ ਕਰਕੇ ਮੈਂ ਕਿਹਾ ਕੌਣ ਸੰਸਰ ਲਾਵੋ, हे ਪ੍ਰਭੂ हे ਠਾਕੁਰ, ਤੇਰੇ ਬਰਾਬਰ ਅਸੀਂ ਫਿਰ ਹੋਰ ਕਿਹਨੂੰ ਜਾਣੀਏ। ਇਸੇ ਕਰਕੇ ਅਸੀਂ ਤੇਰੇ ਕੋਲੋਂ ਮੰਗਦੇ ਹਾਂ, ਕਿਉਂਕਿ ਸਾਰਿਆਂ ਦਾ ਦਾਤਾਂ ਦੇਣ ਵਾਲਾ ਹੈ, ਦਾਤਾਰ ਹੈ। ਜੇ ਕਿਸੇ ਹੋਰ ਕੋਲੋਂ ਮੰਗਦੇ ਆ ਤੇ ਫਿਰ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ। ਰਹਾਓ ਉਠੋ ਬੈਸੋ ਰਹਿ ਪੀ ਨਾ ਸਾਕੋ, ਦਰਸ਼ਨ ਖੋਜ ਖੋਜਾਵੋ। ਕਹਿੰਦੇ ਉੱਠਦਾ ਹਾਂ ਬਹਿੰਦਾ ਹਾਂ। ਉੱਠਣਾ ਬਹਿਣਾ ਦਾ ਮਤਲਬ ਹੈ ਮੇਰੇ ਅੰਦਰ ਇੱਕ ਚਿਤਵਰਨੀ ਬਣੀ ਹੋਈ ਹੈ। ਜਦੋਂ ਕਿਸੇ ਦੀ ਖੋਜ ਵਿੱਚ ਅਸੀਂ ਕਰਦੇ ਹਾਂ ਤਾਂ ਮਨ ਅੰਦਰ ਇੱਕ ਤੌਖਲਾ ਬਣਿਆ ਰਹਿੰਦਾ ਹੈ ਖੋਜ ਦਾ, ਕਿ ਫਿਰ ਹੁਣ ਮੈਂ ਕੀ ਕਰਾਂ, ਮੈਂ ਕਿਵੇਂ ਖੋਜਾਂ, ਮੈਂ ਸੰਗਤ ਵਿੱਚ ਜਾ ਕੇ ਉੱਥੇ ਜਾ ਕੇ ਮੈਂ ਕੀ ਕਰਾਂ, ਜਾ ਕੇ ਜਿੱਥੋਂ ਜਿੱਥੋਂ ਸਾਨੂੰ ਸੋ ਪੈਂਦੀ ਬੰਦਾ ਜਾਂਦਾ ਹੈ, ਸਮਝਦਾ ਹੈ, ਕੋਸ਼ਿਸ਼ ਕਰਦਾ ਹੈ, ਬਾਣੀ ਨਾਲ ਜੁੜਦਾ ਹੈ। ਇਸ ਕਰਕੇ ਮਨ ਉੱਠਦਾ ਤੇ ਬਹਿੰਦਾ ਹੈ, ਭਾਵ ਉਸ ਆਹਰ ਵਿੱਚ ਲੱਗਿਆ ਹੋਇਆ ਤੇਰੀ ਦਰਸ਼ਨਾਂ ਵਾਸਤੇ। ਉਠੋ ਬੈਸੋ ਰਹਿ ਪੀ ਨਾ ਸਾਕੋ, ਕਹਿੰਦੇ ਤੇਰੇ ਤੋਂ ਬਿਨਾਂ ਮੈਂ ਰਹਿ ਵੀ ਨਹੀਂ ਸਕਦਾ। ਦਰਸ਼ਨ ਖੋਜ ਖੁਜਾਵੋ, ਇਸ ਕਰਕੇ ਤੇਰੇ ਦਰਸ਼ਨਾਂ ਲਈ ਖੋਜ ਕਰਦਾ ਤੇ ਖੁਜਵਾਉਂਦਾ ਹਾਂ, ਭਾਵ ਸੰਗਤ ਜਾ ਕੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਵੀ ਪੁੱਛਦਾ ਰਹਿਣਾ ਤੇਰੇ ਬਾਰੇ। ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਤਿਨ ਕੋ ਮਹਿਲ ਦੁਰਲਭਾਵੋ। ਕਿਉਂ ਮਹਾਰਾਜ ਕਹਿੰਦੇ ਕਿ ਜਿਹੜਾ ਬ੍ਰਹਮਾਦਿਕ ਬ੍ਰਹਮਾ ਵਰਗੇ, ਇਹ ਸਨਕ ਸਨੰਦਨ ਸੰਤ ਕੁਮਾਰ, ਇਹ ਚਾਰ ਪੁੱਤਰ ਨੇ ਬ੍ਰਹਮੇ ਦੇ, ਜਿਹੜੇ ਕਿ ਬੜੇ ਵਿਦਵਾਨ ਹੋਏ ਨੇ। ਮਹਾਰਾਜ ਕਹਿੰਦੇ ਉਹਨਾਂ ਵਰਗੇ ਵੀ ਤਿੰਨ ਕੋ ਮਹਿਲ ਦੁਰਲਭਾਵੋ, ਉਹਨਾਂ ਵਾਸਤੇ ਵੀ ਇਹ ਮਹਿਲ ਦੁਰਲਭ ਹੈ, ਔਖਾ ਮਿਲਣਾ ਤੇਰਾ ਮਹਿਲ, ਤੇਰਾ ਟਿਕਾਣਾ। ਜਿਹੜੇ ਕਿ ਇੰਨੇ ਵਿਦਵਾਨ ਸੀ, ਕਿਉਂਕਿ ਉਹ ਵਿਦਵਾਨ ਸਨ, ਵਿਦਵਤਾ ਕਰਕੇ ਆਪਣਾ ਹੰਕਾਰ ਵੀ ਕਰ ਗਏ। ਅਗਮ ਅਗਮ ਅਗਾਧ ਬੋਧ, ਕੀਮਤ ਪਰ ਨਾ ਪਾਵੋ। हे ਪ੍ਰਭੂ ਜੀ ਤੁਸੀਂ ਅਗੰਮ ਹੋ, ਪਹੁੰਚ ਤੋਂ ਬਾਹਰ ਹੋ, ਅਗਾਧ ਬੋਧ ਹੋ, ਸਾਡੀ ਬੁੱਧੀ ਤੋਂ ਪਰੇ ਹੋ। ਜਿੱਥੇ ਸਾਡੀ ਬੁੱਧੀ ਦੀ ਸੀਮਾ ਖਤਮ ਹੁੰਦੀ ਹੈ, ਤੁਹਾਡਾ ਤੇ ਸ਼ੁਰੂਆਤ ਹੀ ਉੱਥੋਂ ਹੁੰਦੀ। ਕੀਮਤ ਪਰ ਨਾ ਪਾਵੋ, ਤੁਹਾਡੀ ਕੀਮਤ ਬਹੁਤ ਪਰੇ ਤੋਂ ਪਰੇ ਹੈ, ਅਸੀਂ ਕੀਮਤ ਨਹੀਂ ਪਾ ਸਕਦੇ। ਸਾਡੀ ਇੰਨੀ ਸਮਰੱਥਾ ਨਹੀਂ, ਸਾਡੀ ਮਤ ਬੁੱਧ ਇੰਨੀ ਨਹੀਂ ਕਿ ਅਸੀਂ ਤੈਨੂੰ ਜਾਣ ਸਕੀਏ। ਤਾਕੀ ਸ਼ਰਨ ਸਤਪੁਰਖ ਕੀ, ਸਤਿਗੁਰ ਪੁਰਖ ਧਿਆਵੋ। ਇਸ ਕਰਕੇ ਸਤਪੁਰਖ ਅਕਾਲ ਪੁਰਖ ਵਾਹਿਗੁਰੂ, ਉਹਦੀ ਸ਼ਰਨ ਤੱਕ ਲਈ, ਅਸੀਂ ਆਸਰਾ ਲੈ ਲਿਆ। ਸਤਿਗੁਰ ਪੁਰਖ ਧਿਆਵੋ, ਇਸ ਕਰਕੇ ਸਤਿਗੁਰੂ ਨੂੰ, ਉਸ ਪੁਰਖ ਨੂੰ, ਉਸ ਹਸਤੀ ਨੂੰ, ਉਹਦੀ ਬਾਣੀ ਨੂੰ ਮੈਂ ਹੁਣ ਧਿਆਉਂਦਾ ਹਾਂ। मेरे राम हम बारक हर प्रभ के हैं ए आणे, हम बारक हर प्रभ के हैं ए आणे।